ਆਂਸੂਆਂ ਦੇ ਪ੍ਰਣਾਲੇ ਚੱਲ ਪਏ ਸਨ। ਸਤਿਗੁਰੂ ਕਲਗੀਧਰ ਪਿਤਾ ਦੇ ਚਰਨ ਹੰਝੂਆਂ ਨਾਲ ਉਹਨੇ ਧੋ ਦਿੱਤੇ। ਮੱਥਾ ਟੇਕਿਆ, ਕਹਿਣ ਲੱਗਿਆ, ਹੈ ਅੱਲਾਹ ਤਾਲਾ ਦਾ ਰੂਪ ਸਾਹਿਬਜ਼ਾਦੇ, ਆਪ ਜੀ ਦੇ ਚਰਨਾਂ ਤੇ ਡੰਡੌਤ ਵੰਦਨਾ ਹੋਵੇ। ਬਸਤਰ ਦੇ ਵਿੱਚ ਲਪੇਟ ਕੇ ਗੁਰੂ ਕਲਗੀਧਰ ਪਾਤਸ਼ਾਹ ਨੂੰ ਮਾਮਾ ਕਿਰਪਾਲ ਚੰਦ ਜੀ ਦੀ ਗੋਦ ਵਿੱਚ ਦੇ ਦਿੱਤਾ। ਮਨ ਦੀ ਤਸੱਲੀ ਹੋ ਗਈ। ਫਿਰ ਉੱਥੇ ਜਿਹੜੇ ਚੋਜ ਸੀ ਕਲਗੀਧਰ ਪਾਤਸ਼ਾਹ ਜੀ ਨੇ ਪਟਨਾ ਸਾਹਿਬ ਦੀ ਧਰਤੀ ਤੇ ਜਿਹੜੇ ਕੀਤੇ ਨੇ, ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ 3 ਸਾਲ ਦੇ ਵਕਤ ਤੋਂ ਬਾਅਦ ਆਉਂਦੇ ਨੇ। ਜਦੋਂ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਆਉਣਾ, ਉਸ ਦਿਨ ਬਾਲਕ ਗੋਬਿੰਦ ਰਾਏ ਜੀ 3 ਸਾਲ ਦੇ ਹੋ ਚੁੱਕੇ ਨੇ। ਉਹ ਜਿਹੜਾ 3 ਸਾਲ ਦਾ ਵਕਤ ਸੀ ਗੁਰੂ ਤੇਗ ਬਹਾਦਰ ਸਾਹਿਬ ਨੂੰ ਮਿਲਣ ਤੋਂ ਪਹਿਲਾਂ ਦਾ, ਉਹਨਾਂ ਵਿੱਚ ਬੇਅੰਤ ਚੋਜ ਸਤਿਗੁਰੂ ਜੀ ਨੇ ਕਰਨੇ ਸ਼ੁਰੂ ਕਰ ਦਿੱਤੇ। ਬਾਲਕ ਸਾਹਿਬਜ਼ਾਦਿਆਂ ਦਾ ਨਾਮ ਗੋਬਿੰਦ ਰਾਏ ਰੱਖਿਆ ਗਿਆ ਤੇ ਸਾਧ ਸੰਗਤ ਜੀ ਉਸ ਵੇਲੇ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਦੇ ਤੇ ਮਾਤਾ ਗੁਜਰ ਕੌਰ ਜੀ ਸੋਨੇ ਦੇ ਕੜੇ ਬਣਾ ਕੇ ਹੱਥਾਂ ਦੇ ਵਿੱਚ ਪਾਉਂਦੇ ਨੇ। ਜਦੋਂ ਹੱਥਾਂ ਵਿੱਚ ਮਾਤਾ ਨੇ ਕੜੇ ਪਾਉਣੇ, ਬੱਚਿਆਂ ਦੇ ਨਾਲ ਖੇਡਣ ਵਾਸਤੇ ਗੰਗਾ ਦੇ ਕਿਨਾਰੇ ਸਤਿਗੁਰੂ ਜਾਂਦੇ ਨੇ। ਇੱਕ ਦਿਨ ਐਸਾ ਕੌਤਕ ਕੀਤਾ ਸਤਿਗੁਰਾਂ ਨੇ, ਕਿਉਂਕਿ ਜੋਤ ਊਹਾ ਜੁਗਤ ਸਾਏ ਸਹਿ ਕਾਇਆ ਫੇਰ ਪਲਟੀ ਹੈ। ਜੋਤੀ ਗੁਰੂ ਨਾਨਕ ਸਾਹਿਬ ਜੀ ਵਾਲੀ ਇੱਕੋ ਵਰਤੀ 10 ਸਰੂਪਾਂ ਦੇ ਅੰਦਰ ਅੱਜ 10 ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਹਨ। ਪਹਿਲੇ ਸਰੂਪ ਦੇ ਵਿੱਚ ਵੀ ਕਦੇ ਗੁਰੂ ਨਾਨਕ ਸਾਹਿਬ ਘਰੋਂ ਸੋਨੇ ਦਾ ਲੋਟਾ ਚੁੱਕ ਕੇ ਲਿਜਾਂਦੇ ਸੀ, ਜਾ ਕੇ ਉਹਨਾਂ ਝਿੜੀਆਂ ਦੇ ਵਿੱਚ ਸਾਧੂਆਂ ਦੀ ਝੋਲੀ ਵਿੱਚ ਸੁੱਟ ਦਿੰਦੇ ਨੇ। ਮਾਤਾ ਜੀ ਡਾਂਟਦੇ ਸੀ, ਪਿਤਾ ਜੀ ਘੂਰਦੇ ਸਨ, ਤੇ ਉਹੀ ਚੋਜ ਅੱਜ 10ਵੇਂ ਸਰੂਪ ਦੇ ਵਿੱਚ ਹੋਣ ਲੱਗ ਪਏ। ਸੋਨੇ ਦੇ ਕੜੇ ਮਾਤਾ ਨੇ ਪਾਏ ਬਾਹਾਂ ਵਿੱਚ ਕਢਾ ਕੇ, ਮੇਰੇ ਲਾਲ ਗੋਬਿੰਦ ਰਾਏ ਜੀ ਬੜੇ ਸੋਹਣੇ ਲੱਗਣਗੇ, ਪਿਆਰੇ ਲੱਗਣਗੇ। ਬੱਚਿਆਂ ਵਿੱਚ ਜਦੋਂ ਖੇਡਿਆ ਕਰਨਗੇ ਤੇ ਸਤਿਗੁਰੂ ਪਾਤਸ਼ਾਹ ਨਦੀ ਦੇ ਕਿਨਾਰੇ ਬੱਚਿਆਂ ਨਾਲ ਜਾਂਦੇ ਨੇ ਤੇ ਸੋਨੇ ਦਾ ਕੜਾ ਵਗਾ ਕਰਕੇ ਨਦੀ ਵਿੱਚ ਸੁੱਟ ਦਿੰਦੇ ਨੇ। ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪਣਾ ਤਿਆਗ ਜਣਾਉਂਦੇ ਨੇ। ਅੱਜ ਤੇ ਸੋਨੇ ਦਾ ਇੱਕ ਕੜਾ ਸੁੱਟਦੇ ਪਟਨੇ ਦੀ ਧਰਤੀ ਤੇ, ਕੱਲ ਨੂੰ ਸਮਾਂ ਵਕਤ ਆਵੇਗਾ, ਆਨੰਦਾਂ ਦੀ ਪੁਰੀ ਦੇ ਅੰਦਰ ਜਿਤਨਾ ਸੋਨਾ ਇਕੱਠਾ ਹੁੰਦਾ ਸੀ, ਉਹ ਸਾਰਾ ਸਤਿਗੁਰੂ ਦੀ ਭੇਟਾ ਗੁਰੂ ਕਲਗੀਧਰ ਪਾਤਸ਼ਾਹ ਨੇ ਕਰ ਦਿੱਤਾ ਸੀ। ਤਿਆਗ ਜੜਾਇਆ, ਜਦੋਂ ਇੱਕ ਕੜਾ ਸੁੱਟਿਆ ਤੇ ਘਰ ਵਾਪਸ ਆਉਂਦੇ ਨੇ। ਮਾਤਾ ਗੁਜਰ ਕੌਰ ਜੀ ਨੇ ਦੇਖਿਆ ਵੀ ਲਾਲ ਜੀ ਦੀ ਬਾਹ ਖਾਲੀ ਹੈ, ਸੋਨੇ ਦਾ ਕੜਾ ਨਹੀਂ ਦਿਸਦਾ। ਬਾਹੋਂ ਪਕੜ ਕੇ ਪੁੱਛਦੇ ਨੇ, ਲਾਲ ਜੀ ਸੋਨੇ ਦਾ ਕੜਾ ਤੁਹਾਡੀ ਬਾਹ ਦੇ ਵਿੱਚ ਪਾਇਆ ਸੀ, ਕਿੱਥੇ ਗਿਆ? ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਨਾਲ ਗੰਗਾ ਨਦੀ ਦੇ ਕਿਨਾਰੇ ਲੈ ਗਏ। ਜਦੋਂ ਕਿਨਾਰੇ ਤੇ ਜਾ ਕੇ ਖੜੇ, ਮਾਤਾ ਪੁੱਛਦੀ, ਕੜਾ ਕਿੱਥੇ ਹੈ? ਦੂਸਰੀ ਬਾਹ ਦਾ ਕੜਾ ਲਾ ਕੇ ਨਦੀ ਵਿੱਚ ਸੁੱਟਿਆ। ਕਹਿੰਦੇ, ਮਾਤਾ ਇੱਥੇ ਕੋ ਸੁੱਟਿਆ ਸੀ? ਹੈਰਾਨ ਹੋਏ ਮਾਤਾ ਗੁਜਰ ਕੌਰ ਜੀ। ਸਾਹਿਬਜ਼ਾਦੇ ਰੱਤੀ ਮਾਤਰ ਵੀ ਕੋਈ ਲੋਭ ਲਾਲਚ ਦੀ ਵਿਰਤੀ ਨਹੀਂ ਇਹਨਾਂ ਦੀ, ਕਿਸੇ ਤਰ੍ਹਾਂ ਦੀ ਪਰਵਾਹ ਨਹੀਂ ਹੈ ਮਨ ਦੇ ਅੰਦਰ। ਇਹਨਾਂ ਨੂੰ ਪਤਾ ਨਹੀਂ ਵੀ ਸੋਨਾ ਬੜਾ ਕੀਮਤੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਜਦੋਂ ਦੂਸਰਾ ਕੜਾ ਸੁੱਟਿਆ ਵਗਾ ਕੇ, ਮਾਤਾ ਜੀ ਕਹਿੰਦੇ, ਲਾਲ ਜੀ ਇਹ ਕੀ ਕੀਤਾ ਹੈ? ਕਹਿੰਦੇ, ਮਾਤਾ ਨਜ਼ਰ ਮਾਰ ਕੇ ਦੇਖ ਲੋ ਤੁਹਾਡਾ ਕੜਾ ਕਿੱਥੇ ਹੈ। ਜਦੋਂ ਨਜ਼ਰ ਮਾਰੀ ਤੇ ਸਾਰੀ ਗੰਗਾ ਜਿਹੜੀ ਨਦੀ ਸੋਨੇ ਦੇ ਕੜਿਆਂ ਦੀ ਭਰੀ ਹੋਈ ਸਾਹਮਣੇ ਦਿਸਦੀ ਹੈ। ਤਰਲੋਕੀ ਦੇ ਮਾਲਕ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਤਰਲੋਕੀ ਤਿੰਨਾਂ ਲੋਕਾਂ ਦਾ ਸੋਨਾ ਜਿਨ੍ਹਾਂ ਦੇ ਚਰਨਾਂ ਦੇ ਵਿੱਚ ਰੁਲਦਾ ਪਿਆ, ਸਤਿਗੁਰੂ ਪਾਤਸ਼ਾਹ ਗੰਗਾ ਦੇ ਵਿੱਚੋਂ ਐਸਾ ਕੌਤਕ ਕਰਕੇ ਵਿਖਾਉਂਦੇ ਨੇ। ਮਾਤਾ ਗੁਜਰ ਕੌਰ ਜੀ ਹੈਰਾਨ ਹੋਏ। ਗੁਰੂ ਤੇਗ ਬਹਾਦਰ ਜੀ ਨੇ ਬਚਨ ਯਾਦ ਕੀਤੇ ਵੀ ਪਤੀ ਜੀ ਕਹਿ ਕੇ ਗਏ ਸਨ, ਸਾਹਿਬਜ਼ਾਦਿਆਂ ਨੂੰ ਘੂਰਨਾ ਨਹੀਂ, ਕੋਈ ਇਹਨਾਂ ਨੂੰ ਡਾਂਟਣਾ ਨਹੀਂ ਹੈ, ਜੋ ਵੀ ਕਰਨਗੇ ਸੁਤੰਤਰਤਾ ਨਾਲ ਕਰਮ ਕਰਨਗੇ। ਬੜਾ ਲਾਡ ਕਰਦੇ ਨੇ ਦਾਦੀ ਮਾਤਾ ਨਾਨਕੀ ਜੀ, ਮਾਤਾ ਗੁਜਰ ਕੌਰ ਜੀ। ਫਿਰ ਉੱਥੇ ਸਤਿਗੁਰਾਂ ਨੇ ਜਦੋਂ ਚੋਜ ਕਰਨੇ ਆਰੰਭੇ, ਉੱਥੇ ਪਟਨੇ ਦੀ ਧਰਤੀ ਤੇ
ਬੱਚਿਆਂ ਦੀਆਂ ਸਤਿਗੁਰੂ ਪਾਤਸ਼ਾਹ ਜੀ ਸੈਨਾ ਬਣਾ ਲੈਂਦੇ ਨੇ। ਬੱਚਿਆਂ ਦੀਆਂ ਦੋ ਪਾਰਟੀਆਂ ਬਣਾ ਲੈਣੀਆਂ। ਇੱਕ ਪਾਰਟੀ ਦੇ ਆਗੂ ਆਪ ਗੁਰੂ ਗੋਬਿੰਦ ਸਿੰਘ ਮਹਾਰਾਜ ਬਣਦੇ ਨੇ, ਦੂਸਰੀ ਪਾਰਟੀ ਦਾ ਆਗੂ ਕਿਸੇ ਆਪਣੇ ਮਿੱਤਰ ਨੂੰ ਬਣਾ ਦਿੰਦੇ। ਦੋਹਾਂ ਪਾਰਟੀਆਂ ਦਾ ਫਿਰ ਜੰਗ ਕਰਵਾਉਂਦੇ ਨੇ। ਉੱਥੇ ਸਤਿਗੁਰੂ ਜੀ ਨੇ ਜਿਹੜੀਆਂ ਕਮਾਨਾਂ ਬਣਾਈਆਂ ਉਹ ਡੱਕਿਆਂ ਦੀਆਂ ਕਮਾਨਾਂ ਸੀ। ਜਿਹੜੀਆਂ ਉਹਨਾਂ ਡੱਕਿਆਂ ਦੀਆਂ ਕਮਾਨਾਂ ਤੇ ਤੰਦੀਆਂ ਤਾਗਿਆਂ ਦੀਆਂ ਪਾਈਆਂ ਹੋਈਆਂ ਸਨ, ਤੰਦੀਆਂ ਦੇ ਉੱਤੇ ਰੱਖਣ ਵਾਲੇ ਤੀਰ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਡੱਕਿਆਂ ਦੇ ਬਣਾ ਕੇ ਚਲਾਉਂਦੇ ਨੇ। ਆਉਣ ਵਾਲਾ ਜਿਹੜਾ ਸਮਾਂ ਹੋਣਾ ਆਨੰਦਾਂ ਦੀ ਪੁਰੀ ਤੱਕ ਦਾ, ਚਮਕੌਰ ਦੀ ਗੜੀ ਦੇ ਤੱਕ ਦਾ ਜਿਹੜਾ ਸਮਾਂ ਆਉਣਾ, ਉਸ ਵੇਲੇ ਸਤਿਗੁਰੂ ਦੇ ਕਰ ਕਮਲਾਂ ਦੇ ਅੰਦਰ 9 ਟਾਂਕਾਂ ਦੀਆਂ ਕਮਾਨਾਂ ਹੋਣਗੀਆਂ। ਅਣਿਆਲੇ ਤੀਰ ਹੋਣਗੇ। ਅਣਿਆਲਾ ਤੀਰ ਕਹਿੰਦੇ ਜਿਹਨੂੰ ਸਰੀਏ ਨੂੰ ਬਲ ਪਾਏ ਜਾਂਦੇ, ਤੇ ਬੜਾ ਵਾਲੇ ਸਰੀਆਂ ਦੇ ਬਣੇ ਤੀਰ ਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਦੇ 9 ਟਾਂਕਾਂ ਦੇ ਧਨਖ ਦੇ ਵਿੱਚੋਂ ਨਿਕਲਿਆ ਕਰਨਗੇ, ਜਿਹੜੇ ਚਮਕੌਰ ਦੀ ਗੜੀ ਅੰਦਰ 10 ਹਜ਼ਾਰ ਸੂਰਮੇ ਵਿੱਚ ਹੀ ਪਾਰ ਹੋਵੇਗਾ। ਇਹ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੇ ਜਦੋਂ ਚੋਜ ਉੱਥੇ ਆਰੰਭ ਦਿੱਤੇ ਨੇ, ਡੱਕਿਆਂ ਦੇ ਤੀਰ, ਡੱਕਿਆਂ ਦੀਆਂ ਕਮਾਨਾਂ, ਤਾਗਿਆਂ ਦੀਆਂ ਤੰਦੀਆਂ ਤੇ ਰੱਖ ਕੇ ਜਦੋਂ ਚਲਾਉਂਦੇ ਨੇ, ਇੱਕ ਸੈਨਾ ਹਾਰ ਜਾਂਦੀ ਤੇ ਇੱਕ ਜਿੱਤਦੀ ਹੈ। ਜਿਹੜੇ ਸੂਰਬੀਰ ਜਿੱਤ ਜਾਂਦੇ ਉਹਨਾਂ ਨੂੰ ਸਤਿਗੁਰੂ ਪਾਤਸ਼ਾਹ ਇਨਾਮ ਦਿੰਦੇ ਨੇ। ਆਪਣੇ ਕਰ ਕਮਲਾਂ ਨਾਲ ਮਾਤਾ ਗੁਜਰ ਕੌਰ ਜੀ ਨੂੰ ਕਹਿੰਦੇ, ਮੇਰੇ ਸਾਥੀਆਂ ਨੂੰ ਇਨਾਮ ਦਿਓ, ਇਹਨਾਂ ਨੇ ਬੜਾ ਚੰਗਾ ਜੰਗ ਕੀਤਾ। ਕਦੇ ਮਾਮਾ ਕਿਰਪਾਲ ਚੰਦ ਜੀ ਤੋਂ ਸਤਿਗੁਰੂ ਇਨਾਮ ਦਿਵਾਉਂਦੇ ਨੇ। ਇਹ ਬਾਲਕ ਅਵਸਥਾ ਦੇ ਚੋਜ ਜਦੋਂ ਸਤਿਗੁਰੂ ਪਾਤਸ਼ਾਹ ਨੇ ਕਰਨੇ ਆਰੰਭੇ ਨੇ, ਤਾਂ ਉੱਥੇ ਜਿਹੜਾ ਖੂਹ ਹੈ ਅੱਜ ਤਖਤ ਸਾਹਿਬ ਦੇ ਅੰਦਰ, ਸੰਗਤਾਂ ਦਰਸ਼ਨ ਕਰਦੀਆਂ ਸ੍ਰੀ ਪਟਨਾ ਸਾਹਿਬ ਵਿਖੇ ਜਾ ਕਰਕੇ, ਉਸ ਖੂਹ ਦੇ ਵਿੱਚੋਂ ਸਾਰੇ ਨਗਰ ਦੇ ਲੋਕ ਆ ਕੇ ਜਲ ਛਕਦੇ ਨੇ। ਬੀਬੀਆਂ ਮਾਤਾਵਾਂ ਉੱਥੋਂ ਘੜੇ ਲੈ ਕਰਕੇ ਜਿਹੜਾ ਜਲ ਭਰਨ ਵਾਸਤੇ ਆਉਂਦੀਆਂ ਨੇ, ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਬਾਲਕ ਅਵਸਥਾ ਦੇ ਵਿੱਚ ਨੇ, ਤੇ ਗੁਲੇਲੇ ਮਾਰ ਕਰਕੇ ਮਾਤਾਵਾਂ ਬੀਬੀਆਂ ਦੇ ਘੜਿਆਂ ਨੂੰ ਤੋੜ ਦਿੰਦੇ, ਭੰਨ ਦਿੰਦੇ ਨੇ। ਸ਼ਿਕਾਇਤਾਂ ਆਉਂਦੀਆਂ ਮਾਤਾ ਗੁਜਰ ਕੌਰ ਜੀ ਕੋਲ, ਦਾਤੀ ਮਾਂ ਨਾਨਕੀ ਜੀ ਕੋਲ, ਮਾਮਾ ਕਿਰਪਾਲ ਚੰਦ ਜੀ ਨੂੰ ਉਲਾਂਭੇ ਦਿੰਦੀਆਂ ਸੰਗਤਾਂ ਆ ਕੇ ਕਿ ਦੇਖੋ ਜੀ, ਬਾਲਕ ਗੋਬਿੰਦ ਰਾਏ ਨੇ ਸਾਡੀਆਂ ਮਾਤਾਵਾਂ ਬੀਬੀਆਂ ਦੇ ਘੜਿਆਂ ਨੂੰ ਤੋੜਨਾ ਸ਼ੁਰੂ ਕਰ ਦਿੱਤਾ। ਗਲੇਲਿਆਂ ਦੇ ਨਿਸ਼ਾਨੇ ਲਾ ਕੇ ਮਿੱਟੀ ਦੇ ਘੜੇ ਤੋੜ ਦਿੰਦੇ ਨੇ। ਫਿਰ ਉੱਥੇ ਮਾਤਾ ਜੀ ਨੇ ਕਿਹਾ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੋ ਬਚਨ ਕਰ ਗਏ ਨੇ, ਇਹਨਾਂ ਲਾਲਾਂ ਨੂੰ ਭੁੱਲ ਵੀ ਨਹੀਂ ਸਕਦੇ, ਕਿਸੇ ਤਰ੍ਹਾਂ ਕੋਈ ਕਾਰਜ ਤੋਂ ਵਰਜ ਵੀ ਨਹੀਂ ਸਕਦੇ। ਹਾਂ, ਤੁਸੀਂ ਇਸ ਤਰ੍ਹਾਂ ਕਰੋ, ਚਮੜੇ ਦੀਆਂ ਮਸਕਾਂ ਤਿਆਰ ਕਰਵਾ ਲਓ, ਉਹਨਾਂ ਵਿੱਚ ਜਲ ਲੈ ਜਾਇਆ ਕਰੋ। ਜਦੋਂ ਮਸਕਾਂ ਤਿਆਰ ਕਰਵਾਈਆਂ ਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਉਹ ਵੀ ਤੀਰਾਂ ਨਾਲ ਫੁੰਡਣ ਲੱਗ ਪਏ। ਫਿਰ ਗਾਗਰਾਂ ਤਿਆਰ ਕਰਵਾਈਆਂ, ਉਹ ਵੀ ਤੀਰ ਮਾਰ ਕੇ ਪਾੜ ਦੇਣੀਆਂ। ਇਹ ਚੋਜ ਸਤਿਗੁਰੂ ਪਾਤਸ਼ਾਹ ਨੇ ਪਟਨੇ ਦੀ ਧਰਤੀ ਤੇ ਕੀਤੀ। ਜਦੋਂ ਕੋਈ ਹਾਕਮ ਲੋਕ ਲੰਘਦੇ ਨੇ ਉਥੋਂ ਗਲੀਆਂ ਦੇ ਵਿੱਚ ਹੀ, ਸਰਕਾਰੀ ਮਨੁੱਖ ਲੰਘਦੇ ਨੇ, ਸਿਪਾਹੀ ਲੋਕ ਗੁਜ਼ਰਦੇ ਨੇ, ਤੇ ਸਤਿਗੁਰੂ ਬੱਚਿਆਂ ਨੂੰ ਕੋਠਿਆਂ ਤੇ ਚੜਾ ਲੈਂਦੇ ਨੇ। ਗਲੀ ਵਿੱਚ ਲੰਘਦਿਆਂ ਹੋਇਆਂ ਨੂੰ ਚੜਾਉਂਦੇ ਨੇ, ਉਹਨਾਂ ਨੂੰ ਛੇੜਦੇ ਨੇ। ਉਹ ਆ ਕੇ ਮਾਤਾ ਗੁਜਰ ਕੌਰ ਜੀ ਕੋਲ ਫਿਰ ਉਲਾਂਭੇ ਦਿੰਦੇ ਨੇ। ਬੇਅੰਤ ਜਦੋਂ ਚੋਜ ਸਤਿਗੁਰੂ ਪਾਤਸ਼ਾਹ ਨੇ ਕੀਤੇ, 3 ਸਾਲ ਦਾ ਵਕਤ ਗੁਜ਼ਰਦਾ। ਇੰਨੇ ਸਮੇਂ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਵਾਪਸ ਆਉਂਦੇ ਨੇ। ਪਟਨਾ ਸਾਹਿਬ ਦੀ ਧਰਤੀ ਤੇ ਆ ਕੇ ਜਦੋਂ ਬਾਲਕ ਗੋਬਿੰਦ ਰਾਏ ਸਾਹਿਬ ਜੀ ਨੂੰ ਮਿਲੇ, ਬੇਹੱਦ ਪ੍ਰਸੰਨਤਾ ਹੋਈ ਗੁਰੂ ਤੇਗ ਬਹਾਦਰ ਜੀ ਦੇ ਮਨ ਵਿੱਚ। ਫਿਰ ਉੱਥੇ ਲੰਬਾ ਸਮਾਂ ਗੁਰੂ ਤੇਗ ਬਹਾਦਰ ਸਾਹਿਬ ਸਾਹਿਬਜ਼ਾਦਿਆਂ ਕੋਲ ਮਾਤਾ ਗੁਜਰ ਕੌਰ ਜੀ, ਮਾਤਾ ਨਾਨਕੀ ਜੀ, ਮਾਮਾ ਕਿਰਪਾਲ ਚੰਦ ਜੀ ਦੇ ਸਮੇਤ ਪਟਨੇ ਦੀ ਧਰਤੀ ਤੇ ਰਹੇ। ਫਿਰ ਜਦੋਂ ਪੰਜਾਬ ਦੇ ਬਾਰੇ ਬਚਨ ਸੁਣਾਉਂਦੇ ਨੇ, ਮਦਰ ਦੇਸ਼ ਦੇ ਬਾਰੇ ਗੁਰੂ ਤੇਗ ਬਹਾਦਰ ਸਾਹਿਬਜ਼ਾਦਿਆਂ ਦੇ ਮਨ ਵਿੱਚ ਬੜਾ ਚਾਅ ਉੱਠਦਾ ਹੈ। ਉਹ ਪਾਵਨ ਧਰਤੀ ਜਿੱਥੇ ਗੁਰੂ ਨਾਨਕ ਸਾਹਿਬ ਨੇ ਪ੍ਰਕਾਸ਼ ਧਾਰਿਆ ਹੈ,
ਜਿੱਥੇ ਪੰਜ ਆਬ ਪੰਜ ਦਰਿਆ ਵਗਦੇ ਨੇ ਪੰਜਾਬ ਦੀ ਧਰਤੀ, ਛੇਤੀ ਮਾਤਾ ਤੇ ਪਿਤਾ ਜੀ ਮੈਨੂੰ ਉਸ ਧਰਤੀ ਤੇ ਲੈ ਕੇ ਚੱਲੋ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਰਸਨਾ ਤੋਂ ਪੰਜਾਬ ਦੀ ਧਰਤੀ ਦੀਆਂ ਸਿਫਤਾਂ ਵਡਿਆਈਆਂ, ਇਹ ਗੁਰੂਆਂ ਦੀ, ਪੀਰਾਂ ਦੀ, ਰਿਸ਼ੀਆਂ ਮੁਨੀਆਂ, ਸੰਤਾਂ ਭਗਤਾਂ ਦੀ ਧਰਤੀ ਹੈ। ਇਸ ਧਰਤੀ ਦੇ ਉੱਤੇ ਵੱਡੇ ਵੱਡੇ ਮਹਾਭਾਰਤ ਵਰਗੀ ਜੰਗ ਹੋਏ ਪੰਜਾਬ ਦੀ ਧਰਤੀ ਤੇ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਇਤਿਹਾਸ ਸੁਣਾਉਂਦੇ, ਵੱਡੇ ਸਤਿਗੁਰਾਂ ਦੀਆਂ ਸ਼ਹੀਦੀਆਂ ਹੋਈਆਂ ਪੰਜਾਬ ਦੀ ਧਰਤੀ ਤੇ, ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਤਖਤੀਆਂ ਤਵੀਆਂ ਤੇ ਬਿਠਾਏ ਗਏ ਤੇ ਮਨ ਬੜਾ ਖਿੱਚ ਪਾਉਂਦਾ ਵੀ ਛੇਤੀ ਉਸ ਨਗਰੀ ਨੂੰ ਚੱਲੀਏ ਜਿਸ ਨੂੰ ਪਿਤਾ ਗੁਰੂ ਤੇਗ ਬਹਾਦਰ ਜੀ ਨੇ ਵਸਾ ਕੇ ਆਨੰਦਪੁਰ ਦਾ ਨਾਮ ਦਿੱਤਾ ਹੈ। ਫਿਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਪਹਿਲਾਂ ਆਉਂਦੇ ਨੇ ਪੰਜਾਬ ਦੀ ਧਰਤੀ ਤੇ, ਮਾਤਾ ਜੀ ਦੇ ਸਮੇਤ, ਦਾਦੀ ਮਾਤਾ ਮਾਮਾ ਕਿਰਪਾਲ ਚੰਦ ਦੇ ਸਮੇਤ ਕਲਗੀਆਂ ਵਾਲੇ ਸਤਿਗੁਰੂ ਪਾਤਸ਼ਾਹ ਨੂੰ ਬਾਅਦ ਵਿੱਚ ਬੁਲਾਉਂਦੇ ਨੇ। ਜਦੋਂ ਪੰਜਾਬ ਦੀ ਧਰਤੀ ਤੇ ਆਏ ਨੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਕੋਲ, ਗੁਰੂ ਗੋਬਿੰਦ ਸਿੰਘ ਮਹਾਰਾਜ ਆਨੰਦਾਂ ਦੀ ਪੁਰੀ ਵਿੱਚ, ਇੱਥੇ ਆਪ ਜੀ ਦਾ ਸਾਰਾ ਜਿਹੜਾ ਸੀ ਸਾਧ ਸੰਗਤ ਸ਼ਾਸਤਰ ਤੇ ਸ਼ਾਸਤਰ ਵਿਦਿਆ ਦਾ ਪ੍ਰਬੰਧ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕੀਤਾ।